ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਰਤਾਰ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਿਕਾ ਬਚਿੰਤ ਕੌਰ ਦੀ ਲਿਖੀ ਹੋਈ ਕਹਾਣੀ ਪਰਛਾਵਿਆਂ ਦੀ ਪਕੜ। ਆਪਣੇ ਸਹੁਰੇ ਪਿੰਡੋਂ ਮੈਂ ਪਟਿਆਲੇ ਕੁਝ ਸੌਦਾ ਪੱਤਾ ਖਰੀਦਣ ਆਈ ਨੇ। ਅਚਾਨਕ ਹੀ ਮਹੰਤਾਂ ਦਾ ਬੂਹਾ ਖੁੱਲ੍ਹਾ ਵੇਖਿਆ ਤੇ ਬਿਨਾਂ ਕੁਝ ਸੋਚੇ ਸਮਝੇ ਭੱਜ ਕੇ ਉਹਨਾਂ ਦੇ ਅੰਦਰ ਆ ਵੜੀ ਤੇ ਅੰਦਰ ਲੰਘ ਕੇ ਓਪਰੇ ਚਿਹਰਿਆਂ ਨੂੰ ਗੌਰ ਨਾਲ ਦੇਖਣ ਲੱਗੀ, ਜਿਵੇਂ ਕਿਸੇ ਨੁਮਾਇਸ਼ ਵਿੱਚ ਲੱਗੀਆਂ ਮੂਰਤਾਂ ਨੂੰ ਵੇਖ ਰਹੀ ਹੋਵਾਂ। ਬਿੰਦ ਕੁ ਪਿੱਛੋਂ ਜਦ ਮੇਰੀ ਨਿਗਾਹ ਸਾਰੇ ਚਿਹਰਿਆਂ ਉੱਤੋਂ ਦੀ ਘੁਮਾ ਕੇ ਮੁੜ ਮੈਂ ਆਪਣੇ ਅੰਦਰ ਹੀ ਆ ਸਿਮਟੀ ਤਾਂ ਮੇਰੀਆਂ ਅੱਖਾਂ ਵਿੱਚ ਆਈ ਮਿਲਾਪ ਦੀ ਚਮਕ ਝੱਟ ਮੱਧਮ ਪੈ ਗਈ। ਪਰ ਨੀਵੀਂ ਜਿਹੀ ਛੱਤ ਹੇਠੋਂ ਪੁਰਾਣਾ ਕੰਗਣੀ ਵਾਲਾ ਖਾਲੀ ਗਲਾਸ ਹੱਥ ਵਿੱਚ ਫੜੀ ਇੱਕ ਲੰਮੀ ਝੰਮੀ ਠਹਿਰੀ ਹੋਈ ਉਮਰ ਦੀ ਸੋਹਣੀ ਮਨੁੱਖੀ ਤੀਵੀਂ ਬਾਹਰ ਵਿਹੜੇ ਵਿੱਚ ਆਈ। ਆਹੀ ਹੈ ਬੀਬੋ। ਬਲਬੀਰ ਨੂੰ ਬਚਪਨ ਵਿੱਚ ਪਿਆਰ ਨਾਲ ਸਾਰੇ ਹੀ ਬੀਬੋ ਬੁਲਾਉਂਦੇ ਸਨ। ਮੈਂ ਉਸ ਨੂੰ ਦੇਖਦਿਆਂ ਹੀ ਘੁੱਟ ਕੇ ਜੱਫੀ ਪਾ ਲਈ। ਉਸਨੇ ਵੀ ਮੈਨੂੰ ਨਜ਼ਰ ਮਿਲਦਿਆਂ ਹੀ ਪਛਾਣ ਲਿਆ ਸੀ। ਨਾ ਜਾਣੇ ਕਿਉਂ ਉਸਦੀ ਛਾਤੀ ਦੇ ਹਨੇਰੇ ਹੇਠਾਂ ਲੁਕੀਆਂ ਮੇਰੀਆਂ ਡੂੰਘੀਆਂ ਭੂ ਹੋਈਆਂ ਅੱਖਾਂ ਨੇ ਸਾਉਣ ਮਹੀਨੇ ਵਰਗੀ ਛਮ-ਛਮ ਵਰਦੀ ਹੰਝੂਆਂ ਦੀ ਇੱਕ ਝੜੀ ਲਾ ਦਿੱਤੀ। ਮੈਂ ਰੋਂਦੀ ਰਹੀ ਤੇ ਉਹ ਵਰਜਦੀ ਰਹੀ ਤੇ ਫੇਰ ਸਮਾਂ ਜਿਵੇਂ ਕੁਝ ਪਲ ਲਈ ਠਹਿਰ ਗਿਆ ਹੋਵੇ। ਸਾਰੇ ਵੀਰ ਭੈਣਾਂ ਰਾਜੀ ਤਾਂ ਨਹੀਂ, ਰੋਂਦੀ ਕਿਉਂ ਹੈ? ਕਮਲੀ ਬੀਬੋ ਨੇ ਦੋਵੇਂ ਬਾਹਾਂ ਘੁੱਟ ਕੇ ਮੇਰੇ ਦੁਆਲੇ ਵੱਲ ਰੱਖੀਆਂ ਸਨ। ਗੁਜ਼ਰੇ ਵਕਤ ਦਾ ਇੱਕ ਹਟਕੋਰਾ ਭਰਦਿਆਂ ਮੈਂ ਆਪਣੇ ਅੰਦਰ ਉੱਠੇ ਕਿਸੇ ਤੂਫਾਨ ਨੂੰ ਰੋਕਣ ਦਾ ਯਤਨ ਕਰਨ ਲੱਗੀ ਤੇ ਮੁਸ਼ਕਿਲ ਨਾਲ ਆਪਣੇ ਉਛਲ ਰਹੇ ਭਾਵਾਂ ਨੂੰ ਕਾਬੂ ਕਰਦਿਆਂ ਕਿਹਾ, ਮੈਨੂੰ ਤਾਂ ਪੂਰਾ ਆਸ ਨਹੀਂ ਸੀ ਕਦੇ ਆਪਾਂ ਹੁਣ ਮਿਲਾਂਗੀਆਂ ਵੀ। ਤੂੰ ਤਾਂ ਪਰਾਏ ਮੁਲਕ ਵਿੱਚ ਜਾ ਕੇ ਬੀਬੋ ਗੁੰਮ ਹੀ ਹੋ ਗਈ ਕਿਧਰੇ। 30-32 ਵਰ੍ਹਿਆਂ ਪਿੱਛੋਂ ਬੀਬੋ ਆਪਣੇ ਪੇਕਿਆਂ ਦਾ ਇਹ ਘਰ ਵੇਖਣ ਲਈ ਮਲਾਇਆ ਤੋਂ ਭਾਰਤ ਸ਼ਹਿਰ ਪਟਿਆਲੇ ਆਈ ਸੀ, ਕਿਉਂਕਿ ਬੀਬੋ ਆਪਣੇ ਮਾਪਿਆਂ ਦੀ ਇੱਕੋ ਇੱਕ ਧੀ ਸੀ ਤੇ ਪਿਓ ਦੇ ਮਰਨ ਪਿੱਛੋਂ ਆਪਣੀ ਬੇਬੇ ਨੂੰ ਉਹ ਆਪਣੇ ਨਾਲ ਮਲਾਇਆ ਹੀ ਲੈ ਗਈ ਸੀ। ਹੁਣ ਮਾਵਾਂ ਧੀਆਂ ਆਪਣੀ ਸਾਰੀ ਜਾਇਦਾਦ ਵੇਚਣ ਲਈ ਇੱਥੇ ਆਈਆਂ ਸਨ। ਬੇਬੇ ਪਛਾਣਿਆ ਤੈਂ? ਕੌਣ ਹੈ ਭਲਾ? ਕੁਲਵੰਤ ਹੈ ਮੇਰੇ ਨਾਲ, ਸਿੰਘ ਸਭਾ ਸਕੂਲ ਵਿੱਚ ਪੜ੍ਹਦੀ ਹੁੰਦੀ ਸੀ। ਬੀਬੋ ਨੇ ਪਰਾਂ ਟੁੱਟੀ ਜਿਹੀ ਮੰਜੀ ਉੱਤੇ ਬੈਠਦਿਆਂ ਦੋ ਹੋਰ ਓਪਰੀਆਂ ਤੀਵੀਆਂ ਵਿੱਚ ਕਿਹਾ, ਆਪਣੇ ਬੇਬੇ ਰਾਮਕੌਰ ਨੂੰ ਮੇਰੀ ਯਾਦ ਦਿਵਾਈ। ਅੱਛਾ, ਕੁਲਵੰਤ ਹੈ ਜਿਹਨੂੰ ਆਪਾਂ ਬੰਤੀ ਬੁਲਾਉਂਦੇ ਹੁੰਦੇ ਸੀ। ਫੌਜੀ ਕਰਤਾਰ ਸਿੰਘ ਦੀ ਧੀ। ਮੈਥੋਂ ਤਾਂ ਪੁੱਤ ਜਮਾ ਨਹੀਂ ਸਿਆਣੀ ਗਈ ਤੂੰ। ਉਹ ਹੁਣ ਨਿੱਕੀਆਂ ਹੁੰਦੀਆਂ ਵਾਲੇ ਮੁਹਾਂਦਰੇ ਵੀ ਤਾਂ ਬਦਲ ਗਏ ਤੁਹਾਡੇ। ਹਾਂ ਤਾਈ ਜੀ, ਮੈਂ ਵੀ ਤਾਂ ਨਹੀਂ ਸਿਆਣ ਸਕੀ ਤੁਹਾਨੂੰ। ਪਰ ਜਦ ਬੀਬੋ ਅੰਦਰੋਂ ਨਿਕਲੀ ਮੈਂ ਇਸ ਦਾ ਉਹੀ ਸਰੋਂ ਦੇ ਬੂਟੇ ਵਰਗਾ ਕੱਦ ਪਛਾਣ ਕੇ ਝੱਟ ਕੁੱਟ ਕੇ ਜੱਫੀ ਪਾ ਲਈ ਇਹਨੂੰ। ਦੇਖ ਲੈ ਤਾਈ, ਜਦ ਬੀਬੋ ਕਿੰਨੀ ਸੋਹਣੀ ਹੁੰਦੀ ਸੀ, ਕਿੰਨਾ ਹੁਸਨ ਚੜ੍ਹਿਆ ਸੀ ਵਿਆਹ ਵੇਲੇ ਇਸ ਨੂੰ। ਇਸ ਦੀ ਠੋਡੀ ਵਿੱਚ ਪੈਂਦਾ ਡੂੰਘਾ ਕਿੰਨਾ ਸੋਹਣਾ ਲੱਗਦਾ ਸੀ। ਹਾਂ ਪੁੱਤ, ਸਦਾ ਇੱਕੋ ਰੁੱਤ ਕਾਹਨੂੰ ਰਹਿੰਦੀ ਏ। ਇਹ ਜੀਵਨ ਤਾਂ ਵਹਿੰਦੀ ਨਦੀ ਦਾ ਨੀਰ ਹੈ ਧੀਏ। ਹੋਰ ਸੁਣਾ, ਤੇਰੀ ਬੇਬੇ ਦਾ ਕੀ ਹਾਲ ਹੈ? ਬੇਬੇ ਤਾਂ ਤਾਈ 3 ਮਹੀਨੇ ਹੋ ਗਏ। ਅੱਗੋਂ ਜਿਵੇਂ ਮੇਰਾ ਗਲ ਭਰ ਆਇਆ ਸੀ ਤੇ ਮੈਂ ਦੁਬਾਰਾ ਗਮ ਦੇ ਉਛਲਦੇ ਤੂਫਾਨ ਨੂੰ ਰੋਕਿਆ, ਪਰ ਫੇਰ ਮੇਰੀ ਛਾਤੀ ਨੂੰ ਚੀਰਦਾ ਇੱਕ ਠੰਡਾ ਹੌਂਕਾ ਮੇਰੇ ਬੁੱਲ੍ਹਾਂ ਵਿੱਚੋਂ ਨਿਕਲ ਕੇ ਤਾਈ ਰਾਮਕੌਰ ਦੇ ਬੁੱਲ੍ਹਾਂ ਉੱਤੇ ਜਾ ਚਿਪਕਿਆ। ਮੇਰੇ ਸੰਗ ਵਿੱਚ ਜਿਵੇਂ ਕੋਈ ਕੱਚ ਦਾ ਟੁਕੜਾ ਅੜ ਕੇ ਰਹਿ ਗਿਆ ਸੀ। ਰੋ ਨਾ ਧੀਏ, ਮਾਪੇ ਤਾਂ ਪੱਕੇ ਹੋਏ ਫਲ ਹੁੰਦੇ ਨੇ, ਜਦ ਕਦ ਤਾਂ ਟਾਹਣੀ ਨਾਲੋਂ ਟੁੱਟਣਾ ਹੀ ਹੈ ਇਹਨਾਂ ਨੇ। ਹੁਣ ਤੂੰ ਮੈਨੂੰ ਹੀ ਦੇਖ ਲੈ। ਅਜੇ ਗੱਲ ਪੂਰੀ ਵੀ ਨਹੀਂ ਹੋਈ ਸੀ ਕਿ ਬੀਬੋ ਆਪਣੀ ਮਾਂ ਨੂੰ ਝਿੜਕ ਪਈ। ਚੁੱਪ ਕਰ ਜਾ ਬੇਬੇ, ਤੂੰ ਐਵੇਂ ਨਾ ਬੋਲ ਕਬੋਲ ਬੋਲੀ ਜਾਇਆ ਕਰ ਹਰ ਸਮੇਂ। ਬੀਬੋ ਜਿਵੇਂ
ਮਾਂ ਦੀ ਮਮਤਾ ਨੂੰ ਪੱਲੇ ਨਾਲ ਬੰਨ੍ਹ ਕੇ ਰੱਖਣਾ ਚਾਹੁੰਦੇ ਸੀ। ਇਸ ਕਰਕੇ ਉਹ ਆਪਣੀ ਮਾਂ ਦੇ ਵਿਛੋੜੇ ਨੂੰ ਚਿਤਵਣ ਤੋਂ ਵੀ ਡਰਦੀ ਰਹਿੰਦੀ। ਚੱਲ ਕੁਲਵੰਤ, ਆਪਾਂ ਕੋਠੇ ਉੱਤੇ ਬਹਿ ਕੇ ਗੱਲਾਂ ਕਰਾਂਗੀਆਂ। ਉਵੇਂ ਹੀ ਜਿਵੇਂ ਆਪਾਂ ਨਿੱਕੀਆਂ ਹੁੰਦੀਆਂ ਬਨੇਰੇ ਉੱਤੇ ਲੱਤਾਂ ਲਮਕਾ ਕੇ ਪਹਿਰ ਪਹਿਰ ਪਰ ਗੱਲਾਂ ਕਰਦੀਆਂ ਰਹਿੰਦੀਆਂ ਸੀ। ਮੈਂ ਅਜੇ ਉੱਪਰ ਨੂੰ ਝਾਕ ਹੀ ਰਹੀ ਸੀ ਕਿ ਇੱਕ ਕਾਂ ਬਨੇਰੇ ਉੱਤੋਂ ਹੀ ਉੱਡ ਕੇ ਮੇਰੀਆਂ ਅੱਖਾਂ ਤੋਂ ਓਝਲ ਹੋ ਗਿਆ। ਉਹ ਵਕਤ ਭੈਣੇ ਹੁਣ ਕਿੱਥੇ ਆਉਂਦੇ ਨੇ ਹੱਥ, ਖਬਰੇ ਕਿੱਥੇ ਉੱਡ ਗਏ ਫੰਗ ਲਾ ਕੇ। ਇਹ ਕਹਿੰਦਿਆਂ ਬੀਬੋ ਬਾਂਸ ਦੀ ਪੌੜੀ ਦੇ ਕਿੰਨੇ ਹੀ ਡੰਡੇ ਉੱਪਰ ਚੜ੍ਹ ਗਈ ਤੇ ਉਸ ਦੇ ਪਿੱਛੇ ਮੈਂ ਵੀ ਕੋਠੇ ਉੱਤੇ ਜਾ ਚੜ੍ਹੀ। ਹੋਰ ਸੁਣਾ ਬੀਬੋ, ਮੇਰਾ ਜੀਜਾ ਹੁਣ ਵੀ ਤੈਨੂੰ ਮੀਆਂ ਮਿੱਠੂ ਕਹਿ ਕੇ ਬੁਲਾਉਂਦਾ ਏ। ਮੈਂ ਬੀਬੋ ਦੇ ਮੁਕਲਾਵੇ ਵੇਲੇ ਦੀ ਸੁਹਾਣੀ ਰੁੱਤ ਤੋਂ ਗੱਲ ਤੋਰੀ। ਛੱਡ ਕੁਲਵੰਤ ਪਰਾਂ, ਹੁਣ ਤਾਂ ਮੈਂ ਸ਼ਾਇਦ ਮੂੰਹ ਵਿੱਚ ਵੜ ਕੇ ਵੀ ਗੱਲ ਕਰਾਂ ਤਾਂ ਉਸ ਨੂੰ ਜ਼ਹਿਰ ਲੱਗਦੀ ਏ। ਮੇਰੇ ਮਾਪਿਆਂ ਦੀ ਸਾਰੀ ਜਾਇਦਾਦ ਮੇਰੇ ਨਾਂਅ ਹੋਣ ਦੇ ਬਾਵਜੂਦ ਵੀ ਉਸ ਨੂੰ ਮੇਰੀ ਮਾਂ ਦੀਆਂ 2 ਟਿੱਕੀਆਂ ਹਰ ਸਮੇਂ ਚੁਭਦੀਆਂ ਰਹਿੰਦੀਆਂ ਨੇ। ਇਹ ਸਭ ਸੁਣ ਕੇ ਮੇਰੇ ਮਨ ਦੇ ਤਿਰਪਟ ਉੱਤੇ ਮੁਕਲਾਵਿਓਂ ਮੁੜੀ ਬੀਬੋ ਦੀਆਂ ਦਸੀਆਂ ਅਜੀਬ ਅਜੀਬ ਅਚੰਭੇ ਭਰੀਆਂ ਕਿੰਨੀਆਂ ਹੀ ਯਾਦਾਂ ਉਘੜ ਆਈਆਂ। ਕੁਲਵੰਤ, ਮੇਰੇ ਸਹੁਰੇ ਬਹੁਤ ਅਮੀਰ ਨੇ। ਬਾਲਣ ਲੈਣ ਲਈ ਛੱਤ ਉੱਤੇ ਭੇਜਿਆ, ਮੈਨੂੰ ਪਤਾ ਹੀ ਨਾ ਲੱਗਾ ਕਿ ਕੀ ਲੈ ਕੇ ਉਤਰਾਂ ਹੇਠਾਂ। ਕਿੰਨੇ ਚਿਰ ਪਿੱਛੋਂ ਜਦ ਮੇਰੀ ਸੱਸ ਕੋਠੇ ਉੱਤੇ ਮੈਨੂੰ ਬੁਲਾਉਣ ਆਈ ਤਾਂ ਮੈਂ ਖੋਪੇ ਦੀ ਠੂਠੀ ਚੱਬ ਰਹੀ ਸਾਂ। ਮੈਨੂੰ ਦੇਖ ਕੇ ਬੋਲੀ, ਪੁੱਤ ਤਾਜ਼ਾ ਨਾਰੀਅਲ ਭੰਨ ਕੇ ਖਾ ਲੈ ਹੇਠੋਂ, ਇਹ ਤਾਂ ਖਰਾਬ ਹੋਏ ਹੋਏ ਬਾਲਣ ਵਾਸਤੇ ਰੱਖੇ ਹੋਏ ਨੇ। ਉਸ ਵੇਲੇ ਮੈਨੂੰ ਅੰਤਾਂ ਦੀ ਸ਼ਰਮ ਆਈ। ਕੀ ਕਹਿੰਦੀ ਹੋ ਬਈ ਬਹੂ ਨੇ ਕਦੇ ਖੋਪਾ ਨਹੀਂ ਦੇਖਿਆ, ਪਰ ਆਪਣੇ ਇੱਥੇ ਤਾਂ ਖੋਪੇ ਦੀ ਨਿੱਕੀ ਜਿਹੀ ਠੂਠੀ ਕਿੰਨੀ ਮਹਿੰਗੀ ਮਿਲਦੀ ਹੈ। ਬੀਬੋ, ਮੈਨੂੰ ਜਿਵੇਂ ਬੀਬੋ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਸੀ ਆਉਂਦਾ। ਉਹ ਮੈਨੂੰ ਦੱਸਦੀ ਕਿ ਸਾਰੇ ਸਿਆਮ ਦੇਸ਼ ਦੀ ਧਰਤੀ ਉੱਤੇ ਨਾਰੀਅਲ ਦੇ ਖੇਤ ਇਉਂ ਲੱਗੇ ਹੋਏ ਹਨ ਜਿਵੇਂ ਆਪਣੇ ਭਾਰਤ ਵਿੱਚ ਅੱਕ ਤੇ ਕਰੀਰ। ਰਬੜ ਬਣਾਉਣ ਵਾਲੇ ਰੁੱਖ ਵੀ ਬਹੁਤੇ ਕਰਕੇ ਮਲਾਇਆ ਤੇ ਸਿਆਮ ਦੀ ਧਰਤੀ ਉੱਤੇ ਹੀ ਹੁੰਦੇ ਨੇ। ਮੇਰੇ ਸਹੁਰਿਆਂ ਦਾ ਨਾਰੀਅਲ ਤੇ ਰਬੜ ਦਾ ਬਹੁਤ ਵੱਡਾ ਕਾਰੋਬਾਰ ਹੈ, ਪਰ ਮੈਨੂੰ ਉੱਥੋਂ ਦੇ ਲੋਕ ਸੋਹਣੇ ਨਹੀਂ ਲੱਗਦੇ। ਸੱਪ, ਠੂਹੇ, ਚੂਹੇ ਖਾ ਜਾਂਦੇ ਨੇ। ਉਹ ਨਕਸ਼ ਵੀ ਫਿੰਨੇ ਫਿੰਨੇ ਨੇ ਉਹਨਾਂ ਦੇ। ਮੁਕਲਾਵਿਓਂ ਮੁੜੀ ਬੀਬੋ ਨੇ ਪਤਾ ਨਹੀਂ ਕਿੰਨਾ ਕੁਝ ਮੈਨੂੰ ਇਹੋ ਜਿਹਾ ਦੱਸਿਆ ਜਿਵੇਂ ਪਰੀਆਂ ਅਤੇ ਦਿਓਆਂ ਦੇ ਦੇਸ਼ ਦੀ ਇੱਕ ਕਹਾਣੀ ਉਹ ਮੈਨੂੰ ਸੁਣਾ ਰਹੀ ਹੋਵੇ। ਪਰ ਉਦੋਂ ਮੈਨੂੰ ਉਸ ਦੀ ਇਹ ਕਹਾਣੀ ਕੋਰਾ ਝੂਠ ਲੱਗਦੀ ਸੀ। ਪਰ ਪਿੱਛੋਂ ਜਦ ਮੇਰੇ ਬਾਪੂ ਜੀ ਦੂਜੀ ਵੱਡੀ ਜੰਗ ਪਿੱਛੋਂ ਬਰਮਾ, ਸਿਆਮ ਤੇ ਸਿੰਗਾਪੁਰ ਆਦਿ ਪ੍ਰਦੇਸ਼ਾਂ ਤੋਂ ਮੁੜ ਕੇ ਆ ਕੇ ਉੱਥੋਂ ਬਾਰੇ ਸਾਨੂੰ ਦੱਸਦੇ ਕਿ ਬਰਮਾ ਦੀਆਂ ਤੀਵੀਆਂ ਦੇ ਵਾਲ ਪੈਰਾਂ ਤੱਕ ਲੰਮੇ ਹੁੰਦੇ ਹਨ, ਕੱਦ ਛੋਟੇ ਪਰ ਸਰੀਰਕ ਤੌਰ 'ਤੇ ਸੁਡੌਲ ਹੁੰਦੀਆਂ ਹਨ। ਸਿਆਮ ਮਲਾਇਆ ਦੇ ਲੋਕ ਸੀ ਫੂਡ, ਸਮੁੰਦਰੀ ਜਾਨਵਰਾਂ ਆਹਾਰ 'ਤੇ ਬਹੁਤਾ ਨਿਰਭਰ ਕਰਦੇ ਹਨ। ਵਪਾਰਕ ਤੌਰ 'ਤੇ ਉਹਨਾਂ ਕੋਲ 2 ਹੀ ਚੀਜ਼ਾਂ ਬਹੁਤੀਆਂ ਹਨ, ਨਾਰੀਅਲ ਤੇ ਰਬੜ। ਤਾਂ ਮੈਨੂੰ ਬੀਬੋ ਦੀਆਂ ਗੱਲਾਂ ਉੱਤੇ ਯਕੀਨ ਆਉਣ ਲੱਗਿਆ। ਨਾਲੇ ਉਸ ਵੇਲੇ ਬਚਪਨ ਵਿੱਚ ਬੁੱਧੀ ਦੀ ਪਹੁੰਚ ਵੀ ਤਾਂ ਓਨੀ ਹੀ ਸੀ। ਜਦੋਂ ਕਿਸੇ ਸਹੇਲੀ ਦੇ ਘਰ ਕੋਈ ਨਿੱਕਾ ਭਾਈ ਜੰਮ ਪੈਂਦਾ ਤਾਂ ਅਸੀਂ ਘੰਟਿਆਂ ਬੱਧੀ ਇਕੱਲੀਆਂ ਬਹਿ ਕੇ ਨਵੇਂ ਜਨਮੇ ਬਾਲ ਦੇ ਜਨਮ ਬਾਰੇ ਆਪਣੀ ਆਪਣੀ ਅਕਲ ਦੇ ਘੋੜੇ ਦੌੜਾਉਂਦੀਆਂ, ਪਰ ਸਮਝ ਵਿੱਚ ਕਿਸੇ ਦੇ ਕੁਝ ਵੀ ਨਹੀਂ ਸੀ ਆਉਂਦਾ। ਕੋਈ ਕੁਝ ਕਹਿੰਦੀ, ਕੋਈ ਕੁਝ, ਤੇ ਆਖਰ ਗੱਲਾਂ ਦੀ ਤੰਦ ਲੰਬੀ ਹੁੰਦੇ ਹੁੰਦੇ ਵਿਆਹ ਮੁਕਲਾਵੇ ਤੱਕ ਆ ਪਹੁੰਚਦੀ। ਮੈਂ ਤੇ ਬੀਬੋ ਤਾਂ ਘੰਟਿਆਂ ਬੱਧੀ ਇਸੇ ਗੱਲ ਉੱਤੇ ਬਨੇਰੇ ਉੱਤੇ ਬੈਠੀਆਂ ਹਨੇਰੇ ਵਿੱਚ ਵੱਟੇ ਸਿੱਟਦੀਆਂ ਰਹਿੰਦੀਆਂ। ਸਾਡੇ ਤੇ ਬੀਬੋ ਹੋਰਾਂ ਦੇ ਘਰ ਵਿੱਚ ਇੱਕੋ ਕੰਧ ਸੀ ਪਟਿਆਲੇ ਜੀ ਰਾਜਾ ਦੇ ਮਹੱਲਾਂ ਵਿੱਚ। ਬਾਬੇ ਆਲੇ ਦੀਆਂ ਸ਼ਾਹੀ ਸਮਾਧਾਂ ਨਾਲ ਲੱਗਦੀ ਸਾਡੀ ਗਲੀ ਅੱਗੋਂ ਜਾ ਕੇ ਸਮਾਧਾਂ ਦੇ ਫਾਟਕ ਕੋਲ ਬੰਦ ਹੋ ਜਾਂਦੀ ਸੀ। ਸਰਕਾਰੀ ਸਮਾਧਾਂ ਹੋਣ ਕਾਰਨ
ਬੀਬੋ ਦੇ ਬਾਪੂ ਜੀ ਦਿਨ ਭਰ ਸਮਾਧਾਂ ਅੰਦਰ ਡਿਊਟੀ ਦਿੰਦੇ ਰਹਿੰਦੇ। ਦਿਨ ਛਿਪੇ ਹਨੇਰਾ ਹੋਣ ਪਿੱਛੋਂ ਸਮਾਧਾਂ ਉੱਤੇ ਚਿਰਾਗ ਹੀ ਉਹੀ ਜਲਾ ਕੇ ਧਰਦੇ ਸਨ। ਇਸੇ ਲਈ ਬਾਬੇ ਆਲੇ ਦੀਆਂ ਸਮਾਧਾਂ ਦਾ ਸਾਰਾ ਅਹਾਤਾ ਮੈਨੂੰ ਤੇ ਬੀਬੋ ਨੂੰ ਆਪਣੇ ਘਰ ਦਾ ਵਿਹੜਾ ਹੀ ਲੱਗਦਾ ਸੀ। ਅਸੀਂ ਸਾਰਾ ਦਿਨ ਸੰਗਮਰਮਰ ਦੇ ਫਰਸ਼ ਉੱਤੇ ਗੇਂਦ ਗੀਟੇ ਖੇਡਦੀਆਂ, ਇਮਲੀ ਦੇ ਦਰਖਤਾਂ ਉੱਤੇ ਪੀਂਘਾਂ ਪਾ ਝੂਟਦੀਆਂ ਤੇ ਵਹੁਟੀਆਂ ਦੀਆਂ ਗੱਲਾਂ ਕਰਕੇ ਖਿੜ ਹੱਸਦੀਆਂ ਰਹਿੰਦੀਆਂ। ਪੜ੍ਹਾਈ ਲਿਖਾਈ ਤਾਂ ਉਸ ਸਮੇਂ ਵਿੱਚ 5 ਜਮਾਤਾਂ ਹੀ BA ਪਾਸ ਦੇ ਬਰੋਬਰ ਸਨ, ਪਰ ਅਸੀਂ ਦੋਹਾਂ ਨੇ 3 ਕਲਾਸਾਂ ਪਾਸ ਕਰਨ ਪਿੱਛੋਂ ਸਕੂਲ ਜਾਣਾ ਛੱਡ ਦਿੱਤਾ ਸੀ ਅਤੇ ਆਪਣੇ ਦਾਜ ਲਈ ਦਸੂਤੀ ਦੇ ਮੇਜ਼, ਪੋਸ਼ ਤੇ ਚਾਦਰਾਂ ਸਰਾਣੇ ਕੱਢਣੇ ਸ਼ੁਰੂ ਕਰ ਦਿੱਤੇ ਸਨ। ਮੈਂ ਤੇ ਉਂਝ ਵੀ ਆਪਣੀ ਬੇਬੇ ਨਾਲ ਘਰ ਦੇ ਕੰਮ ਵਿੱਚ ਕਦੇ ਹੱਥ ਨਹੀਂ ਸੀ ਵਟਾਇਆ। ਬੇਬੇ ਮੂੰਹ ਨੇਰੇ ਉੱਠ ਕੇ ਚੱਕੀ ਝਾਉਂਦੇ, ਦੁੱਧ ਰਿੜਕਦੇ, ਡੰਗਰ ਵੱਛੇ ਲਈ ਸੰਨੀ ਕਰਦੀ ਤੇ ਫਿਰ ਹਾਜ਼ਰੀ ਲਈ ਪਾਣੀ ਹੱਥ ਦੀ ਗੰਢਿਆਂ ਵਾਲੀ ਮਿੱਸੀ ਰੋਟੀ ਪਕਾਉਂਦੀ। ਗੋਹਾ ਕੂੜਾ ਕਰਨ ਪਿੱਛੋਂ ਦੁਪਹਿਰ ਦੀ ਰੋਟੀ ਪਕਾ ਕੇ ਹੱਟੀ ਉੱਤੇ ਬਾਬਾ ਜੀ ਲਈ ਲੈ ਜਾਂਦੀ। ਸਾਰਾ ਦਿਨ ਪੀਹਣ ਛੰਡਣਾ, ਕੱਤਣਾ, ਤੁੰਬੜਾ ਤੇ ਹੋਰ ਘਰ ਦਾ ਕਿੰਨਾ ਹੀ ਨਿੱਕਾ ਮੋਟਾ ਕੰਮ ਕਰਦੀ। ਬੇਬੇ ਨੂੰ ਆਥਣ ਪੈ ਜਾਂਦਾ। ਕਈ ਵਾਰੀ ਤਾਂ ਬੇਬੇ ਨੂੰ ਸਾਰਾ ਦਿਨ ਪਿੰਡੇ ਤੇ ਪਾਣੀ ਪਾਉਣ ਦੀ ਵੀ ਵੇਲ ਨਾ ਮਿਲਦੀ, ਪਰ ਮੈਂ ਮਜਾਲ ਹੈ ਘਰ ਦੇ ਕੰਮ ਵਿੱਚ ਬੇਬੇ ਨੂੰ ਡੱਕੇ ਦੇ 2 ਵੀ ਕਦੇ ਕਰਕੇ ਦਿੰਦੀ। ਮੈਂ ਤਾਂ ਤੜਕੇ ਹੀ ਮਿੱਸੀ ਰੋਟੀ ਉੱਤੇ ਮੱਖਣੀ ਦੀ ਇੱਕ ਪਿੰਨੀ ਰੱਖ ਖਾ ਪੀ ਕੇ ਢਿੱਡ ਉੱਤੇ ਹੱਥ ਫੇਰ ਕੇ ਛੋਟੇ ਦੀਪੂ ਨੂੰ ਗੋਦੀ ਲਾ ਬੀਬੋ ਦੇ ਘਰ ਜਾ ਵੜਦੀ। ਜੇਕਰ ਕਦੇ ਬੇਬੇ ਇਸ ਤਰ੍ਹਾਂ ਕਰਨ ਤੇ ਮੈਨੂੰ ਝਿੜਕ ਕੇ ਵਾਪਸ ਭੇਜ ਦਿੰਦੀ, ਮੈਂ ਸਾਰੀ ਗਲੀ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਕੌਲਾ ਗਾਉਂਦੀ ਫਿਰਦੀ। ਕਿਸੇ ਦੀ ਨਵੀਂ ਭਾਬੀ ਮੁਕਲਾਵੇ ਆਈ ਹੁੰਦੀ ਤਾਂ ਬੋਲਿਆਂ ਵਾਂਗ ਉਸਦੇ ਅੱਗੇ ਪਿੱਛੇ ਫਿਰਦੀ, ਉਸਦੇ ਚਿਲਮਿਲ ਕਰਦੇ ਗਹਿਣੇ ਕੱਪੜੇ ਵੇਖਦੀ ਰਹਿੰਦੀ। ਕਿਸੇ ਕੁੜੀ ਦੀ ਵਿਆਹ ਮੁਕਲਾਵਿਓ ਮੁੜ ਆਈ ਹੁੰਦੀ ਤਾਂ ਆਨੀ ਬਹਾਨੇ ਉਸਦੇ ਮੂੰਹੋਂ ਉਸਦੇ ਸਹੁਰਿਆਂ ਦੀਆਂ ਗੱਲਾਂ ਸੁਣਦੀ। ਫਿਰ ਕੋਈ ਆਪਣੇ ਸਿਰ ਦਬਾਉਣ ਲਾ ਲੈਂਦੀ, ਕੋਈ ਹੋਰ ਉਰਾ ਪਰਾ ਕਰਾਉਣ ਲੱਗ ਜਾਂਦੀ। ਮੈਨੂੰ ਇਹ ਸਭ ਚੰਗਾ ਲੱਗਦਾ, ਪਰ ਜੇ ਕੋਈ ਨਵੀਂ ਵਿਆਹੀ ਆਪਣੀ ਸਲਵਾਰ ਵਿੱਚ ਰੰਗਦਾਰ ਸੁਨਹਿਰੀ ਲੜੀਆਂ ਵਾਲਾ ਰੇਸ਼ਮੀ ਨਾਲਾ ਪਾਉਣ ਲਈ ਕਹਿੰਦੀ, ਮੈਨੂੰ ਜਿਵੇਂ ਚਾਉ ਜਿਹਾ ਚੜ ਜਾਂਦਾ। ਦਿਨ ਢਲੇ ਜਾ ਕੇ ਭੁੱਖਣ ਭਾਣੇ 1.5 ਸਾਲ ਦੇ ਦੀਪੂ ਨੂੰ ਗੋਦੀ ਲਟਕਾਉਂਦੀ ਮੁੜਦੀ ਤਾਂ ਬੇਬੇ ਦੀਆਂ ਅੱਖਾਂ ਵਿੱਚ ਗੁੱਸਾ ਦੇਖ ਕੇ ਉਸਦੀਆਂ ਝਿੜਕਾਂ ਤੋਂ ਡਰਦੀ ਫਿਰ ਗਾਣਿਆਂ ਦੀ ਕਾਪੀ ਆਪਣੀ ਕਿਤਾਬ ਵਿੱਚ ਰੱਖ ਕੇ ਬਹਿ ਜਾਂਦੀ, ਉੱਚੀ ਸਕੂਲ ਦਾ ਸਬਕ ਯਾਦ ਕਰਨ। ਇੱਕ ਸੀ ਚਿੜੀ, ਇੱਕ ਸੀ ਕਾਂ, ਦੋਹਾਂ ਨੇ ਮਿਲ ਕੇ ਸਾਂਝੀ ਖੇਤੀ ਬੀਜੀ ਹੋਈ ਸੀ। ਕਾਂ ਸੀ ਚਲਾਕ, ਪਰ ਹੁਣ ਮੈਨੂੰ ਇਉਂ ਲੱਗਦਾ ਕਿ ਮੈਂ ਸੀ ਕਾਂ ਤੇ ਮੇਰੀ ਬੇਬੇ ਵਿਚਾਰੀ ਚਿੜੀ, ਜਿਸ ਨੂੰ ਮੈਂ ਕਾਂ ਚਿੜੀ ਦੀ ਕਹਾਣੀ ਮੂੰਹੋਂ ਬੋਲ ਕੇ ਸੁਣਾਉਂਦੀ ਧੋਖਾ ਦਿੰਦੇ ਸੀ। ਵਿੱਚੋਂ ਵਿੱਚ ਤਾਂ ਮੈਂ ਯਾਦ ਕਰ ਰਹੀ ਸੀ ਸਮੇਂ ਦੇ ਉਹਨਾਂ ਦਿਲ ਟੁੰਬਵੇਂ ਗੀਤਾਂ ਨੂੰ, ਮੁੰਡਾ ਮੋਲਿਆ ਤਬੀਤਾਂ ਵਾਲਾ ਕਿ ਦਮੜੀ ਦਾ ਸੱਕ ਮਲ ਕੇ, ਤੇ ਰੱਸੀ ਉੱਤੇ ਟੰਗਿਆ ਦੁਪੱਟਾ ਮੇਰੇ ਡੋਲਦਾ, ਉੱਡ ਜਾਂਦਾ ਮੂੰਹੋਂ ਹੱਸਦਾ ਨਾ ਬੋਲਦਾ। ਸਮੇਂ ਦੀਆਂ ਉਹ ਪੈੜਾਂ ਜਿਨ੍ਹਾਂ ਨੂੰ ਅਸੀਂ ਕਿਧਰੇ ਦੂਰ ਭੂਤ ਵਿੱਚ ਛੱਡ ਆਈਆਂ, ਅੱਜ ਇੱਕ ਕਰਕੇ ਉਘੜ ਆਈਆਂ ਸਨ ਮੇਰੇ ਤੇ ਬੀਬੋ ਦੇ ਮਨ ਦੇ ਵਿਹੜੇ। ਅਜੇ ਕਿਹੜਾ ਬੱਸ ਸੀ। ਇੱਕ ਦਿਨ ਮੈਂ ਤੇ ਬੀਬੋ ਆਪਣੇ ਫੱਟੀ ਬੱਸ ਦੇ ਮੋਢਿਆਂ ਉੱਤੇ ਲਟਕਾਈ ਸਕੂਲ ਜਾਣ ਦੀ ਬਜਾਏ ਗੱਡੀ ਦੇਖਣ ਦੇ ਸ਼ੌਂਕ ਨਾਲ ਪਟਿਆਲੇ ਸਟੇਸ਼ਨ ਅੰਦਰ ਪਲੇਟਫਾਰਮ ਉੱਤੇ ਜਾ ਪਹੁੰਚੀ। 9 ਵਜੇ ਦੀ ਇੱਕ ਗੱਡੀ ਆਈ, ਛਕ ਕਰਦੀ ਲੰਘ ਗਈ। ਅਸੀਂ ਹਰੇ ਰੰਗ ਦੇ ਬੈਂਚ ਉੱਤੇ ਬੈਠੀਆਂ ਗੱਡੀ ਨੂੰ ਦੇਖਦੀਆਂ ਰਹੀਆਂ। ਸਮਾਂ ਭਲਾ ਕਿਸ ਨੂੰ ਡਾਹ ਦਿੰਦਾ ਏ। ਫਿਰ 11 ਵਜੇ ਨਾਭੇ ਨੂੰ ਜਾਣ ਵਾਲਾ ਡੱਬਾ ਜਦੋਂ ਲੰਘਿਆ, ਸਾਰਾ ਪਲੇਟਫਾਰਮ ਜਿਵੇਂ ਇੱਕੋ ਵਾਰ ਖਾਲਮ ਖਾਲੀ ਹੋ ਕੇ ਸਾਨੂੰ ਦੋਹਾਂ ਨੂੰ ਘੁਰਨ ਲੱਗਾ। ਕਿੱਥੇ ਜਾਣਾ ਤੁਸੀਂ? ਨੀਲੀ ਵਰਦੀ ਵਾਲੇ ਇੱਕ ਬੰਦੇ ਨੇ ਆਪਣੀ ਟੋਪੀ ਸਵਾਰਦਿਆਂ ਸਾਨੂੰ ਪੁੱਛਿਆ। ਸਾਡੀ ਬੇਬੇ ਗੱਡੀ ਵਿੱਚ ਚਲੀ ਗਈ, ਅਸੀਂ ਰਹਿ ਗਈਆਂ। ਮੈਂ ਆਪਣੇ ਆਪ ਨੂੰ
ਕੁਝ ਜ਼ਿਆਦਾ ਹੀ ਹੁਸ਼ਿਆਰ ਸਮਝਦੀ ਸੀ। ਕਿੱਥੇ ਜਾਣਾ ਸੀ ਤੁਸੀਂ ਬੇਬੇ ਨਾਲ? ਤੇ ਬੱਸ ਦੇ ਫੱਟੀਆਂ। ਸਾਨੂੰ ਉੱਚੀ ਦੇਣੀ ਝਿੜਕਦਿਆਂ ਟੀਟੀ ਨੇ ਮੇਰਾ ਬਸਤਾ ਫਰੋੜਿਆ। ਵਿੱਚੋਂ ਮੇਰੇ ਵੱਡੇ ਵੀਰ ਦੀ ਚੌਥੀ ਜਮਾਤ ਦੀ ਕਿਤਾਬ ਉਸਦੇ ਹੱਥ ਲੱਗ ਗਈ, ਜਿਸ ਵਿੱਚ ਜਹਾਂਗੀਰ ਦੇ ਇਨਸਾਫ ਵਾਲੀ ਵਾਰਤਾ ਪਹਿਲੇ ਸਫ਼ੇ ਉੱਤੇ ਸੀ। ਕਿਹੜੇ ਸਕੂਲ ਵਿੱਚ ਪੜ੍ਹਦੀਆਂ ਹੋ ਤੇ ਕਿਸ ਕਲਾਸ ਵਿੱਚ? ਉਸਨੇ ਸਾਨੂੰ ਤਾੜਦਿਆਂ ਪੁੱਛਿਆ। ਬੀਬੋ ਹੌਲੀ ਜਿਹੀ ਬੋਲੀ, ਜੀ ਅਸੀਂ ਦੋਵੇਂ ਤੀਜੀ ਜਮਾਤ ਵਿੱਚ ਹਾਂ, ਸਿੰਘ ਸਭਾ ਸਕੂਲ ਵਿੱਚ। ਤੇ ਚੌਥੀ ਦੀ ਕਿਤਾਬ ਕਿਸ ਦੀ ਚੋਰੀ ਕੀਤੀ ਹੈ? ਮੇਰੇ ਵੱਡੇ ਵੀਰ ਦੀ ਹੈ। ਚਲੋ ਨਿਕਲੋ ਬਾਹਰ, ਜਾਓ ਘਰਾਂ ਨੂੰ, ਚੋਟੀਆਂ ਨਾ ਹੋਣ ਕਿਤੇ ਦੀਆਂ। ਇਸ ਘਟਨਾ ਨੂੰ ਯਾਦ ਕਰ ਅਸੀਂ ਦੋਵੇਂ ਕੋਠੇ ਉੱਤੇ ਬੈਠੀਆਂ ਜ਼ੋਰ-ਜ਼ੋਰ ਨਾਲ ਖਿੜਖਿੜਾ ਕੇ ਹੱਸੀਆਂ। ਕੁੜੀਓ ਹੇਠਾਂ ਉਤਰ ਆਓ ਹੁਣ, ਬੱਦਲ ਵੀ ਆ ਗਿਆ ਚੜ੍ਹ ਕੇ। ਉੱਤੋਂ ਭਾਦੋਂ ਦੀ ਰੁੱਤ ਦੇ ਬੱਦਲ ਬੜੇ ਬੇਥੋਹੇ ਹੁੰਦੇ ਨੇ। ਨਾਲ ਚਾਹ ਦਾ ਘੁੱਟ ਪੀ ਲੈ ਆ ਕੇ ਹੁਣ, ਠੰਡੀ ਹੋ ਰਹੀ ਹੈ। ਹੇਠੋਂ ਤਾਈ ਰਾਮਕੌਰ ਸਾਨੂੰ ਹਾਕਾਂ ਮਾਰ ਰਹੀ ਸੀ। ਅੰਬਰ ਵਿੱਚ ਭਾਵੇਂ ਇੱਕ ਗਰਦ ਜਿਹੀ ਫੈਲੀ ਹੋਈ ਸੀ। ਕਦੇ-ਕਦੇ ਬਿਜਲੀ ਵੀ ਸਾਡੇ ਸਿਰਾਂ ਉੱਤੇ ਲਿਸ਼ਕ ਰਹੀ ਸੀ। ਫੇਰ ਵੀ ਉੱਬੜ-ਖੁੱਬੜ ਕਾਲੀਆਂ ਉੜਦੀਆਂ ਬਦਲੀਆਂ ਨੂੰ ਦੇਖ ਇੱਕ ਵਾਰ ਤਾਂ ਸਾਡਾ ਦੋਹਾਂ ਦਾ ਚਿੱਤ ਕਰ ਆਇਆ ਕਿ ਅੱਜ ਫੇਰ ਅਸੀਂ ਸਮਾਧਾਂ ਅੰਦਰ ਜਾ ਕੇ ਬਚਪਨ ਵਾਂਗ ਇਮਲੀ ਦੇ ਉਸੇ ਟਾਣੇ ਉੱਤੇ ਪੀਂਘ ਝੂਟੀਏ, ਜਿਵੇਂ ਅਸੀਂ ਬਚਪਨ ਵਿੱਚ ਝੂਟਦੀਆਂ ਹੁੰਦੀਆਂ ਸੀ। ਇਮਲੀ ਦੇ ਉਸੇ ਰੁੱਖ ਵੱਲ ਹਿਰਾਸੀਆਂ ਜਿਹੀਆਂ ਨਜ਼ਰਾਂ ਨਾਲ ਦੇਖਦੀਆਂ ਅਸੀਂ ਕੋਠੇ ਉੱਤੋਂ ਉੱਠ ਖੜੀਆਂ ਹੋਈਆਂ। ਇੰਨੇ ਵਿੱਚ ਬੱਦਲ ਜ਼ੋਰ ਦੀ ਕੜਕਿਆ ਤੇ ਹਵਾ ਵੀ ਜ਼ੋਰ-ਜ਼ੋਰ ਨਾਲ ਚੱਲਣ ਲੱਗੀ। ਸਾਰੇ ਵਾਤਾਵਰਨ ਵਿੱਚ ਇੱਕ ਰੇਤ ਜਿਹੀ ਰੜਕਣ ਲੱਗੀ ਤੇ ਸਾਡੇ ਦੇਖਦਿਆਂ-ਦੇਖਦਿਆਂ ਹਵਾ ਦੇ ਇੱਕ ਝੋਕੇ ਨਾਲ ਜੜਾ ਕਰਕੇ ਟੁੱਟਦਾ ਇਮਲੀ ਦੇ ਦਰਖਤ ਦਾ ਇੱਕ ਵੱਡਾ ਟਾਣਾ ਧਰਤੀ ਉੱਤੇ ਆ ਡਿੱਗਿਆ ਤੇ ਇਸੇ ਟਾਣੇ ਦੀਆਂ ਜੜ੍ਹਾਂ ਹੇਠੋਂ ਆਪਣੇ ਖੁੱਡ ਵਿੱਚੋਂ ਡਿੱਗਦਾ ਇੱਕ ਗਾਲੜ ਸਾਡੀਆਂ ਅੱਖਾਂ ਦੇ ਸਾਹਮਣੇ ਝੱਟ ਟਾਣੇ ਹੇਠੋਂ ਆ ਕੇ ਮਿਧਿਆ ਗਿਆ। ਪੁੱਤ ਉਤਰ ਆਓ ਹੇਠਾਂ, ਹੁਣ ਤਾਂ ਉਤੋਂ ਪਾਣੀ ਵੀ ਵਰਸਣ ਲੱਗ ਪਿਆ। ਨਾਲੇ ਚਾਹ ਦੀ ਘੁੱਟ ਵੀ ਪਈ ਠੰਡੀ ਹੋ ਗਈ। ਤਾਈ ਰਾਮਕੌਰ ਦੀ ਇੱਕ ਹੋਰ ਹਾਕ ਸਾਡੇ ਕੰਨਾਂ ਨਾਲ ਟਕਰਾਈ। ਅਚਾਨਕ ਇੱਕੋ ਵਾਰੀ ਇੱਕ ਠੰਡਾ ਸੀਤ ਹੌਂਕਾ ਸਾਡੇ ਦੋਹਾਂ ਦੇ ਧੁਰ ਡੂੰਘਿਓਂ ਤੱਕ ਨਿਕਲ ਕੇ ਸਾਡੇ ਬੁੱਲ੍ਹਾਂ ਉੱਤੇ ਆ ਕੇ ਜੰਮ ਗਿਆ ਤੇ ਅਸੀਂ ਭਵੱਤਰੀਆਂ ਜਿਹੀਆਂ ਹੇਠਾਂ ਪੌੜੀ ਦੇ ਡੰਡਿਆਂ ਵੱਲ ਝਾਕਣ ਲੱਗ ਪਈਆਂ। ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।